ਕੈਨੇਡੀਅਨ ਲੋਕ ਵੀ ਤੇ ਇੰਡੀਅਨ ਲੋਕ ਵੀ ਵੱਡੀ ਗਿਣਤੀ ਵਿੱਚ ਉੱਥੇ ਫਸੇ ਹੋਏ ਨੇ। ਮੈਂ ਵੇਖ ਰਿਹਾ ਆਪਣੇ ਪ੍ਰਧਾਨ ਮੰਤਰੀ ਨਿੱਤ ਉਹਨਾਂ ਨੂੰ ਮਦਦ ਕਰਨ ਦੇ ਵਾਸਤੇ ਵੀ ਆਖਦੇ ਨੇ, ਤੇ ਆਪਣੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਜੀ? ਜਿਹੜੀ ਕਮਿਊਨਿਟੀ ਦੇ ਇਹਨਾਂ ਦੀ ਕਾਂਗਰਸ ਹੈ, ਕੈਨੇਡੀਅਨ ਯੂਕਰੇਨੀਅਨ ਕਾਂਗਰਸ, ਉਹਨਾਂ ਨਾਲ ਅਸੀਂ ਕੰਟੈਕਟ ਕੀਤਾ, ਉਹਨਾਂ ਨਾਲ ਅਸੀਂ ਡਿਸਕਸ਼ਨ ਕਰਨੇ ਪਏ ਹਾਂ ਔਰ ਅੱਗੋਂ ਅਸੀਂ ਇੱਕ ਦੋ ਦਿਨਾਂ ਵਿੱਚ ਪ੍ਰੋਗਰਾਮ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ ਤੁਹਾਡੇ ਥਰੂ ਹੀ। ਪਰ ਮੈਂ ਸਮਝਣਾ ਵੀ ਇਹ ਜਿਹੜਾ ਕੰਮ ਹੋ ਰਿਹਾ ਨਾ, ਇਹ ਬਹੁਤ ਗਲਤ ਕੰਮ ਹੋਇਆ, ਕਿਉਂਕਿ ਜਦੋਂ ਸਾਡੀ ਕਮਿਊਨਿਟੀ ਦਾ ਭਾਰ ਸੀ 84 ਦੇ ਵਿੱਚ, ਸਾਡੇ ਲੋਕਾਂ ਦੇ ਨਾਲ ਇਹ ਲੋਕ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੀ। ਇਹਨਾਂ ਨੇ ਹਮੇਸ਼ਾ ਸਾਡੀ ਸਪੋਰਟ ਕੀਤੀ। ਇਹਨਾਂ ਨੂੰ ਸਮਝੇ ਵੀ ਜਿਹੜੀ ਵੀ ਮਿਨੋਰਿਟੀ ਕਿਤੇ ਖੜੀ ਹੈ, ਆਪਣੇ ਆਪ ਨੂੰ ਖੜੇ ਹੋਣ ਦੀ ਟਰਾਈ ਕਰਦੀ ਹੈ, ਉਹਨੂੰ ਕੋਈ ਆ ਕੇ ਨੁਕਸਾਨ ਕਰਨ ਦੀ ਟਰਾਈ ਕਰਦਾ, ਉਹਨਾਂ ਦਾ ਮੁਲਕ ਕਿਸੇ ਦਾ ਤੇ ਹੱਕ ਨਹੀਂ ਬਣਦਾ ਵੀ ਜੇ ਤੁਹਾਡਾ ਘਰ ਹੈ ਤੇ ਮੈਂ ਤੁਹਾਡੇ ਘਰ ਵਿੱਚ ਬਾਹਰ ਆ ਕੇ ਖੜਾ ਹੋ ਜਾਵਾਂ ਵੀ ਦਵਿੰਦਰ ਬਾਹਰ ਚਲੋ ਤੇ ਫਿਰ ਮੈਂ ਆਉਣਾ ਅੰਦਰ। ਇਹ ਤੇ ਕੰਮ ਨਹੀਂ ਹੋਣਾ। ਉਹਨਾਂ ਨੇ ਬੜਾ ਸਾਧਨ ਮੁਲਕ ਹੈ, ਉਹਨਾਂ ਦੀ ਆਪਣੀ ਕੰਟਰੀ ਹੈ, ਉਹਨਾਂ ਦੀ ਸਾਰਾ ਕੁਝ ਬੜੀ ਵੱਡੀ ਪੋਜੀਸ਼ਨ ਹੈ। 44 ਮਿਲੀਅਨ ਲੋਕ ਨੇ, ਉਹਨਾਂ ਨੇ ਆਪਣੇ ਆਪ ਨੂੰ ਉਹਨਾਂ ਬੜੇ ਅੱਗੇ ਆ ਰਹੇ ਨੇ। ਉਹਨਾਂ ਨਾਲ ਕੈਨੇਡਾ ਵਿੱਚ ਉਹਨਾਂ ਦੀ ਬੜੀ ਵੱਡੀ ਕੰਟਰੀਬਿਊਸ਼ਨ ਹੈ, ਅਤੇ ਕੰਟਰੀਬਿਊਸ਼ਨ ਦੇ ਨਾਲ ਸਾਡੇ ਲੋਕਾਂ ਦੀ ਵੀ ਕੰਟਰੀਬਿਊਸ਼ਨ ਹੈ, ਕਨੈਕਸ਼ਨ ਹੈ। ਜਿਹੜੀ ਕਮਿਊਨਿਟੀ ਵੀ ਕਿਸੇ ਹੋਰ ਕਮਿਊਨਿਟੀ ਵਾਸਤੇ ਟਾਈਮ ਸਿਰ ਨਹੀਂ ਖੜੀ ਹੁੰਦੀ, ਉਹ ਬਾਕੀ ਗੱਲਾਂ ਤਾਂ ਕੁਛ ਨਹੀਂ ਬਣਦਾ। ਬਾਅਦ ਦੇ ਵਿੱਚ ਕੋਈ ਨਹੀਂ, ਅਸੀਂ ਤੁਹਾਡੇ ਨਾਲ ਹਾਂ। ਮੈਂ ਸਮਝਦਾ ਵੀ ਸਾਨੂੰ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਨਾ ਚਾਹੀਦਾ, ਇਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ। ਸਰਕਾਰ ਜਿਹੜੀ ਸਾਡੀ ਹੈ, ਗਵਰਨਮੈਂਟ ਆਫ ਕੈਨੇਡਾ, ਦੇਖੋ ਬੜੀ ਸਪੋਰਟ ਕਰਦੀ ਪਈ, ਸਾਰੀਆਂ ਪੋਲੀਟੀਕਲ ਪਾਰਟੀ ਸਪੋਰਟ ਕਰਦੀਆਂ ਪਈਆਂ ਨੇ। ਜੇ ਤੁਸੀਂ ਸਸਕੈਚੁਆਨ ਜਾਂ ਮੈਨੀਟੋਬਾ ਜਾਂ ਅਲਬਰਟਾ ਜਿਹੜਾ ਵੀ ਰਿਹਾ ਉੱਥੇ, ਉਹਨਾਂ ਨੂੰ ਪਤਾ ਵੀ ਇਹ ਲੋਕ ਕਿੰਨੇ ਚੰਗੇ ਤੇ ਵਧੀਆ ਲੋਕ ਨੇ, ਜਿਨ੍ਹਾਂ ਨੇ ਕਿ ਸਾਡੇ ਲੋਕਾਂ ਦੀ ਹਮੇਸ਼ਾ ਸਪੋਰਟ ਕੀਤੀ ਹੈ। ਅਸੀਂ ਇਹਨਾਂ ਦੀ ਸਪੋਰਟ ਕਰਨੀ ਹੈ, ਦਿਲ ਖੋਲ੍ਹ ਕੇ ਸਪੋਰਟ ਕਰਨੀ ਹੈ, ਬਿਨਾਂ ਡਰ ਤੋਂ ਚਾਹੀਦੀ ਸਪੋਰਟ ਕਰਨੀ, ਹਰ ਤਰੀਕੇ ਨਾਲ ਚਾਹੀਦੀ ਸਪੋਰਟ ਕਰਨੀ। ਜਦੋਂ ਗਵਰਨਮੈਂਟ ਸਪੋਰਟ ਕਰਦੀ ਹੈ, ਸਾਂਝਾ ਟੀਵੀ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਇੱਕ ਖਾਸ ਮੁਲਾਕਾਤ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਅੱਜ ਸਾਡੇ ਮਹਿਮਾਨ ਰਹਿਣਗੇ ਡਾਕਟਰ ਗੁਲਜ਼ਾਰ ਚੀਮਾ ਜੀ। ਤੁਹਾਨੂੰ ਪਤਾ ਕਿ ਦੁਨੀਆ ਦੀਆਂ ਨਜ਼ਰਾਂ ਇਸ ਵਕਤ ਰੂਸ ਅਤੇ ਯੂਕਰੇਨ ਜੰਗ ਤੇ ਟਿਕੀਆਂ ਹੋਈਆਂ ਨੇ। ਯੂਕਰੇਨ ਦੇ ਵਿੱਚ ਬੀਤੇ ਲਗਭਗ ਤਕਰੀਬਨ 1 ਹਫ਼ਤੇ ਤੋਂ ਲਗਾਤਾਰ ਗੋਲੀਬਾਰੀ, ਲਗਾਤਾਰ ਬੰਬਾਰਡਮੈਂਟ ਹੋ ਰਹੀ ਹੈ, ਹਮਲੇ ਹੋ ਰਹੇ ਨੇ। ਬਹੁਤ ਸਾਰੇ ਲੋਕ ਵੀ ਹੁਣ ਤਾਂ ਮਾਰੇ ਜਾ ਚੁੱਕੇ ਨੇ ਤੇ ਦੋਵੇਂ ਪਾਸਿਆਂ ਦੇ ਫੌਜੀ ਜਵਾਨ ਵੀ ਆਪੋ ਆਪਣੀਆਂ ਕੁਰਬਾਨੀਆਂ ਦੇ ਰਹੇ ਨੇ। ਭਾਰਤ ਸਮੇਤ ਹੋਰਨਾਂ ਮੁਲਕਾਂ ਦੇ ਲੋਕ ਉੱਥੇ ਖੱਜਲ ਹੋ ਰਹੇ ਨੇ। ਭਾਵੇਂ ਕਿ ਯੂਰਪੀਅਨ ਯੂਨੀਅਨ ਨੇ, ਭਾਵੇਂ ਕਿ ਨਾਰਥ ਅਮਰੀਕਾ ਦੇ ਕਈ ਮੁਲਕਾਂ ਨੇ ਪਾਬੰਦੀਆਂ ਦਾ ਐਲਾਨ ਕੀਤਾ ਹੈ, ਪਰ ਇਸ ਦੇ ਬਾਵਜੂਦ ਵੀ ਹਾਲੇ ਰੂਸ ਆਨੇ ਵਾਲੀ ਥਾਂ ਤੇ ਆਇਆ ਨਹੀਂ, ਲਗਾਤਾਰ ਹਮਲੇ ਤੇਜ਼ ਕਰ ਰਿਹਾ ਹੈ। ਸਾਰੇ ਇਸ ਮਸਲੇ ਦੇ ਉੱਤੇ ਅੱਜ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਯੂਕਰੇਨ ਦੇ ਉੱਤੇ ਦਰਅਸਲ ਹਮਲੇ ਦਾ ਕਾਰਨ ਕੀ ਹੈ, ਕੀ ਪੁਤਨ ਰੋਕਿਆ ਜਾ ਸਕਦਾ ਹੈ, ਜਾਂ ਕੀ ਸਾਡੇ ਭਾਈਚਾਰੇ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਜਾਂ ਫਿਰ ਉਹਨਾਂ ਦੇ ਖੂਨ ਦੀ ਤਾਸੀਰ ਕਿਤੇ ਸਾਡੇ ਖੂਨ ਦੀ ਤਾਸੀਰ ਨਾਲ ਤਾਂ ਨਹੀਂ ਰਲਦੀ। ਬਹੁਤ ਸਾਰੇ ਸਵਾਲ ਨੇ। ਆਓ ਸਭ ਤੋਂ ਪਹਿਲਾਂ ਹੁਣ ਸਵਾਗਤ ਕਰਦੇ ਹਾਂ ਡਾਕਟਰ ਗੁਲਜ਼ਾਰ ਚੀਮਾ ਜੀ ਦਾ। ਚੀਮਾ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਪ੍ਰੋਗਰਾਮ ਸੁਣਨ ਵਾਲੇ ਵੇਖਣ ਵਾਲਿਆਂ ਨੂੰ ਜੀ। ਡਾਕਟਰ ਸਾਹਿਬ, ਯੂਕਰੇਨ ਦੇ ਵਿੱਚ ਜੰਗ ਲੱਗੀ ਹੋਈ ਹੈ, ਯੁੱਧ ਲੱਗਿਆ ਹੋਇਆ ਹੈ, ਦੁਨੀਆ ਦੀਆਂ ਨਜ਼ਰਾਂ ਉੱਥੇ ਹੀ ਟਿਕੀਆਂ ਹੋਈਆਂ ਨੇ। ਕੈਨੇਡੀਅਨ ਲੋਕ ਵੀ ਤੇ ਇੰਡੀਅਨ ਲੋਕ ਵੀ ਵੱਡੀ ਗਿਣਤੀ ਵਿੱਚ ਉੱਥੇ ਫਸੇ ਹੋਏ ਨੇ। ਮੈਂ ਵੇਖ ਰਿਹਾ ਆਪਣੇ ਪ੍ਰਧਾਨ ਮੰਤਰੀ ਨਿੱਤ ਉਹਨਾਂ ਨੂੰ ਮਦਦ ਕਰਨ ਦੇ ਵਾਸਤੇ ਵੀ ਆਖਦੇ ਨੇ, ਤੇ ਆਪਣੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਜੀ ਇਸ ਵਾਰ? ਦੇਖੋ, ਪਹਿਲੀ ਗੱਲ ਤੇ ਕਿ ਦਵਿੰਦਰ ਕੇ ਜਿਹੜਾ ਨਾ ਇਹ ਜਿਹੜਾ ਟਾਈਮ ਹੈ, ਇਹ ਇਹਨਾਂ ਲੋਕਾਂ ਲਈ ਬਹੁਤ ਮੁਸ਼ਕਲ ਦਾ ਟਾਈਮ ਜੀ। ਇਹਨਾਂ ਦੀ ਜਿਹੜੀ ਯੂਕਰੇਨੀਅਨ ਕੈਨੇਡੀਅਨ ਕਮਿਊਨਿਟੀ ਹੈ ਕੈਨੇਡਾ ਵਿੱਚ, ਤਕਰੀਬਨ 1.3 ਜਾਂ 1.4 ਮਿਲੀਅਨ ਹੋਣਗੇ। ਮੈਂ ਕਿਉਂ ਇਸ ਪ੍ਰੋਗਰਾਮ 'ਚ ਪਾਰਟੀਸਪੇਟ ਕਰਨਾ ਹੈ? ਕਿਉਂਕਿ ਵੈਸੇ ਹੀ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ, ਕਿਉਂਕਿ ਇਹਨਾਂ ਦੇ ਨਾਲ ਮੇਰਾ ਸੰਬੰਧ ਬੜਾ ਜੁੜਿਆ ਜੀ, ਅਤੇ ਸਾਡੀ ਕਮਿਊਨਿਟੀ ਦਾ ਸੰਬੰਧ ਬੜਾ ਜੁੜਿਆ। ਮੈਂ ਮੈਨੀਟੋਬਾ ਤੇ ਇਹਨਾਂ ਨਾਲ ਸਾਰਿਆਂ ਨਾਲ ਕੰਮ ਕੀਤਾ। ਮੇਰੀ ਵਾਈਫ, ਉਹਨਾਂ ਦੀ ਫੈਮਿਲੀ ਹਡਸਨ ਬੇ ਸਸਕੈਚੁਆਨ 'ਚ ਆਏ ਸੀ ਪਹਿਲਾਂ, ਮੇਰੇ ਫਾਦਰ ਇਨ ਲਾ ਐਜ਼ ਏ ਟੀਚਰ। ਤਾਂ ਸਾਰੇ ਜਿਹੜੇ ਉਹਨਾਂ ਦੇ ਗੁਆਂਢੀ, ਉਹਨਾਂ ਦੇ ਕੰਮ ਕਰਨ ਵਾਲੇ, ਉਹਨਾਂ ਦੇ ਨਾਲ ਸਾਰੇ ਯੂਕਰੇਨੀਅਨ ਕਮਿਊਨਿਟੀ ਦਾ ਆਪਣੀ ਉਹਨਾਂ ਦੀ ਇੱਕ ਐਗਜ਼ਾਮਪਲ ਦੇ ਨਾਲ ਬਹੁਤ ਸਾਰੇ ਲੋਕ ਨੇ ਆਪਣੇ, ਜਿਨ੍ਹਾਂ ਨੇ ਸ਼ੁਰੂ ਵਿੱਚ ਆ ਕੇ ਇਹਨਾਂ ਦੇ ਨਾਲ ਫਾਰਮਸ ਦੇ ਵਿੱਚ ਕੰਮ ਕੀਤਾ। ਸਾਡੇ ਲੋਕਾਂ ਦਾ ਇਹਨਾਂ ਨਾਲ ਬੜੀ ਵੱਡੀ ਸਾਂਝ ਹੈ, ਖਾਸ ਕਰਕੇ ਕਿਉਂਕਿ ਖੇਤੀਬਾੜੀ ਕਰਦੇ ਸੀ ਸਾਰੇ। ਸਾਡੇ ਲੋਕ ਵੀ ਆ ਕੇ ਪਹਿਲਾਂ ਖੇਤੀਬਾੜੀ ਕਰਦੇ ਸੀ। ਸੋ ਇਹ ਜਿਹੜਾ
ਜਿਹੜਾ ਕਨੈਕਸ਼ਨ ਬੜਾ ਸਟਰੋਂਗ ਹੈ। ਮੈਂ ਬੜਾ ਪਰਸਨਲੀ ਜਾਂ ਮੈਨੂੰ ਬਾਕੀ ਵੀ ਲੋਕਾਂ ਨੇ ਕਾਫੀਆਂ ਨੇ ਗੱਲਬਾਤ ਕਰਨ ਤੋਂ ਬਾਅਦ ਤੁਹਾਡੀ ਮੈਨੇਜਮੈਂਟ ਨਾਲ ਗੱਲ ਕੀਤੀ। ਮੈਂ ਫਿਰ ਉਸ ਤੋਂ ਬਾਅਦ ਫਿਰ ਮੈਂ ਕਈ ਆਪਣੇ ਜਿਹੜੇ ਮੈਂਬਰ ਆਫ ਪਾਰਲੀਮੈਂਟਸ ਨਾਲ ਗੱਲ ਕੀਤੀ ਜਾਂ ਜਿਹੜੇ ਇਹਨਾਂ ਦੇ ਜਿਹੜੀ ਕਮਿਊਨਿਟੀ ਦੇ ਇਹਨਾਂ ਦੀ ਕਾਂਗਰਸ ਹੈ ਕੈਨੇਡੀਅਨ ਯੂਕਰੇਨੀਅਨ ਕਾਂਗਰਸ, ਉਹਨਾਂ ਨਾਲ ਅਸੀਂ ਕੰਟੈਕਟ ਕੀਤਾ। ਉਹਨਾਂ ਨਾਲ ਅਸੀਂ ਡਿਸਕਸ਼ਨ ਕਰਨੇ ਪਏ ਹਾਂ। ਅੱਗੋਂ ਅਸੀਂ ਇੱਕ ਦੋ ਦਿਨਾਂ ਵਿੱਚ ਪ੍ਰੋਗਰਾਮ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ ਤੁਹਾਡੇ ਥਰੂ ਹੀ। ਪਰ ਮੈਂ ਸਮਝਣਾ ਵੀ ਇਹ ਜਿਹੜਾ ਕੰਮ ਹੋ ਰਿਹਾ ਨਾ ਇਹ ਬਹੁਤ ਗਲਤ ਕੰਮ ਹੋਇਆ, ਕਿਉਂਕਿ ਜਦੋਂ ਸਾਡੀ ਕਮਿਊਨਿਟੀ ਦਾ ਭਾਰ ਸੀ 84 ਦੇ ਵਿੱਚ, ਸਾਡੇ ਲੋਕਾਂ ਦੇ ਨਾਲ ਇਹ ਲੋਕ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੀ। ਇਹਨਾਂ ਨੇ ਹਮੇਸ਼ਾ ਸਾਡੀ ਸਪੋਰਟ ਕੀਤੀ। ਇਹਨਾਂ ਨੂੰ ਸਮਝੇ ਵੀ ਜਿਹੜੀ ਵੀ ਮਿਨੋਰਿਟੀ ਕਿਤੇ ਖੜੀ ਹੈ ਆਪਣੇ ਆਪ ਨੂੰ ਖੜੇ ਹੋਣ ਦੀ ਟਰਾਈ ਕਰਦੀ ਹੈ, ਉਹਨੂੰ ਕੋਈ ਆ ਕੇ ਨੁਕਸਾਨ ਕਰਨ ਦੀ ਟਰਾਈ ਕਰਦਾ, ਉਹਨਾਂ ਦਾ ਮੁਲਕ ਹੈ। ਕਿਸੇ ਦਾ ਤੇ ਹੱਕ ਨਹੀਂ ਬਣਦਾ ਜੇ ਤੁਹਾਡਾ ਘਰ ਹੈ ਤੇ ਮੈਂ ਤੁਹਾਡੇ ਘਰ ਵਿੱਚ ਬਾਹਰ ਆ ਕੇ ਖੜਾ ਹੋ ਜਾਵਾਂ ਵੀ ਦਵਿੰਦਰ ਬਾਹਰ ਚਲੋ ਤੇ ਫਿਰ ਮੈਂ ਆਉਣਾ ਅੰਦਰ। ਇਹ ਤੇ ਕੰਮ ਨਹੀਂ ਹੋਣਾ। ਉਹਨਾਂ ਨੇ ਬੜਾ ਸਾਵਰਨ ਮੁਲਕ ਹੈ, ਉਹਨਾਂ ਦੀ ਆਪਣੀ ਕੰਟਰੀ ਹੈ, ਉਹਨਾਂ ਦੀ ਸਾਰਾ ਕੁਝ ਬੜੀ ਵੱਡੀ ਪੋਜੀਸ਼ਨ ਹੈ। 44 ਮਿਲੀਅਨ ਲੋਕ ਨੇ, ਉਹਨਾਂ ਨੇ ਆਪਣੇ ਆਪ ਨੂੰ ਉਹਨਾਂ ਬੜੇ ਅੱਗੇ ਆ ਰਹੇ ਨੇ। ਉਹਨਾਂ ਨਾਲ ਕੈਨੇਡਾ ਵਿੱਚ ਤੇ ਉਹਨਾਂ ਦੀ ਬੜੀ ਵੱਡੀ ਕੰਟਰੀਬਿਊਸ਼ਨ ਹੈ ਤੇ ਕੰਟਰੀਬਿਊਸ਼ਨ ਦੇ ਨਾਲ ਸਾਡੇ ਲੋਕਾਂ ਦੀ ਵੀ ਕੰਟਰੀਬਿਊਸ਼ਨ ਹੈ, ਕਨੈਕਸ਼ਨ ਹੈ। ਜਿਹੜੀ ਕਮਿਊਨਿਟੀ ਵੀ ਕਿਸੇ ਹੋਰ ਕਮਿਊਨਿਟੀ ਵਾਸਤੇ ਟਾਈਮ ਸਿਰ ਨਹੀਂ ਖੜੀ ਹੁੰਦੀ, ਉਹ ਬਾਕੀ ਗੱਲਾਂ ਤਾਂ ਕੁਛ ਨਹੀਂ ਬਣਦਾ। ਬਾਅਦ ਦੇ ਵਿੱਚ ਕੋਈ ਵੀ ਅਸੀਂ ਤੁਹਾਡੇ ਨਾਲ ਆ। ਮੈਂ ਸਮਝਦਾ ਵੀ ਸਾਨੂੰ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਨਾ ਚਾਹੀਦਾ, ਇਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ। ਸਰਕਾਰ ਜਿਹੜੀ ਸਾਡੀ ਹੈ ਗਵਰਨਮੈਂਟ ਆਫ ਕੈਨੇਡਾ ਦੇਖੋ ਬੜੀ ਸਪੋਰਟ ਕਰਦੀ ਪਈ, ਸਾਰੀਆਂ ਪੋਲੀਟੀਕਲ ਪਾਰਟੀ ਸਪੋਰਟ ਕਰਦੀਆਂ ਪਈਆਂ ਨੇ। ਜੇ ਤੁਸੀਂ ਸਸਕੈਚੁਆਨ ਜਾਂ ਮੈਨੀਟੋਬਾ ਜਾਂ ਅਲਬਰਟਾ ਵਿੱਚ ਜਿਹੜਾ ਵੀ ਰਿਹਾ ਉੱਥੇ, ਉਹਨਾਂ ਨੂੰ ਪਤਾ ਵੀ ਇਹ ਲੋਕ ਕਿੰਨੇ ਚੰਗੇ ਤੇ ਵਧੀਆ ਲੋਕ ਨੇ, ਜਿਨ੍ਹਾਂ ਨੇ ਕਿ ਸਾਡੇ ਲੋਕਾਂ ਦੀ ਹਮੇਸ਼ਾ ਸਪੋਰਟ ਕੀਤੀ ਹੈ, ਕੈਨੇਡਾ ਨੂੰ ਬਿਲਡ ਕੀਤਾ। ਸਾਡਾ ਮੁਲਕ ਹੈ, ਸਾਡੇ ਲੋਕ ਨੇ, ਅਸੀਂ ਇਹਨਾਂ ਦੀ ਸਪੋਰਟ ਕਰਨੀ ਹੈ, ਦਿਲ ਖੁੱਲ੍ਹ ਕੇ ਸਪੋਰਟ ਕਰਨੀ ਹੈ, ਬਿਨਾਂ ਡਰ ਤੋਂ ਚਾਹੀਦੀ ਸਪੋਰਟ ਕਰਨੀ, ਹਰ ਤਰੀਕੇ ਨਾਲ ਚਾਹੀਦੀ ਸਪੋਰਟ ਕਰਨੀ। ਜਦੋਂ ਗਵਰਨਮੈਂਟ ਸਪੋਰਟ ਕਰਦੀ ਹੈ ਤੇ ਉਹ ਤੇ ਗੱਲ ਹੈ ਹੀ ਹੈ, ਕਿਉਂਕਿ ਉਹਨਾਂ ਕਰਨਾ ਹੀ ਹੈ। ਪਰ ਇਹਦੇ ਨਾਲ ਇੰਡੀਵਿਜੂਅਲ ਚਾਹੀਦਾ ਵੀ ਸਾਨੂੰ ਇਹਨਾਂ ਦੇ ਨਾਲ ਖੜਾ ਸ਼ੋਅ ਕਰੀਏ ਵੀ ਅਸੀਂ ਇਹਨਾਂ ਦੇ ਨਾਲ ਖੜੇ ਹਾਂ। ਕੱਲਾ ਗੱਲਾਂ ਬਾਤਾਂ ਨਾਲ ਨਹੀਂ, ਅਸੀਂ ਇਹਨਾਂ ਲਈ ਹੋਰ ਵੀ ਕਰਾਂਗੇ। ਐਜ਼ ਏ ਕਮਿਊਨਿਟੀ ਅਸੀਂ ਪ੍ਰੋਗਰਾਮ ਬਣਾ ਰਹੇ ਹਾਂ ਕਿ ਸਾਰੇ ਕੈਨੇਡਾ ਵਿੱਚ ਮੁਹਿੰਮ ਕਰਾਂਗੇ ਸ਼ੁਰੂ, ਜਿਹਦੇ ਨਾਲ ਇਹਨਾਂ ਦੀ ਸਪੋਰਟ ਕਰੀਏ। ਅੱਜ ਦੇਖੋ ਸਾਡੀ ਕਮਿਊਨਿਟੀ ਵਿੱਚ ਸੇਵਾ ਦੀ ਭਾਵਨਾ, ਜਿਹੜੀ ਸੇਵਾ ਦੀ ਭਾਵਨਾ ਉਹ ਅਸੀਂ ਹਮੇਸ਼ਾ ਹੀ ਜਿੱਥੇ ਵੀ ਮੁਸ਼ਕਲ ਆਉਂਦੀ ਹੈ ਆਪਣੇ ਲੋਕ ਪਹੁੰਚਦੇ ਨੇ। ਤੇ ਇਕੱਲੇ ਅਸੀਂ ਨਹੀਂ, ਹੋਰ ਵੀ ਸਾਡੀ ਕਮਿਊਨਿਟੀ ਦੇ ਕੰਮ ਕਰਦੇ ਪਏ ਨੇ। ਮੈਂ ਸਮਝਦਾ ਵੀ ਇਹ ਬਹੁਤ ਜ਼ਰੂਰੀ ਕੰਮ ਹੈ, ਇਹ ਰਾਈਟ ਕੰਮ ਹੈ। ਇਹਦੇ ਵਾਸਤੇ ਸਾਨੂੰ ਖੜੇ ਹੋਣਾ ਚਾਹੀਦਾ, ਇਹਨਾਂ ਦੇ ਨਾਲ ਸਾਨੂੰ ਇਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ। ਤੁਸੀਂ ਉੱਥੇ ਕੋਈ ਵੀ ਨਿਊਜ਼ ਚੈਨਲ ਦੇਖ ਲਓ। ਮੈਂ ਉਹਨਾਂ ਦੀ ਨਾ ਕੱਲ੍ਹ ਦੀ ਮੈਂ ਆਪਾਂ ਅੱਗੇ ਜਾ ਕੇ ਗੱਲ ਕਰਨੀ ਆ, ਪਰ ਮੈਂ ਚਾਹੁੰਦਾ ਵੀ ਸਾਰਿਆਂ ਨੂੰ ਮੈਂ ਐਕਸਪਲੇਨ ਕਰਾਂ ਵੀ ਜਿਹੜੀ ਯੂਕਰੇਨੀਅਨ ਕਮਿਊਨਿਟੀ ਕੈਨੇਡਾ ਦੇ ਵਿੱਚ ਬੜੀ ਸਟਰੋਂਗ ਹੈ। ਉਹਨਾਂ ਦੇ ਇਸ ਕੰਟਰੀ ਨੂੰ ਬਿਲਡ ਕੀਤਾ। ਅਸੀਂ ਸਾਰਾ ਉਹਨਾਂ ਦੇ ਕੰਮਾਂ ਦਾ ਸਾਡੇ ਲੋਕਾਂ ਨੂੰ ਵੀ ਫਾਇਦਾ ਹੋ ਰਿਹਾ, ਸਾਡੇ ਕੰਮਾਂ ਦਾ ਉਹਨਾਂ ਨੂੰ ਫਾਇਦਾ ਹੋਇਆ। ਕੰਟਰੀ ਸਾਰਿਆਂ ਨੇ ਇਸੇ ਕਰਕੇ ਕੈਨੇਡਾ ਵਿੱਚ ਸਾਰੇ ਲੋਕੀ ਆਉਣ ਲਈ ਤਿਆਰ ਨੇ, ਕਿਉਂਕਿ ਜਦੋਂ ਵੀ ਕੋਈ ਪੁੱਠੀ ਗੱਲ ਕਰਦਾ ਕਿਸੇ ਦਾ ਦਿਮਾਗ ਖਰਾਬ ਹੁੰਦਾ, ਜਿਹੜਾ ਵੀ ਦੂਜਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ, ਉਸ ਚੀਜ਼ ਨੂੰ ਜਿਹੜਾ ਨਾ ਸਾਨੂੰ ਚਾਹੀਦਾ ਵੀ ਬਿਨਾਂ ਨਿਡਰ ਹੋ ਕੇ ਬਿਨਾਂ ਡਰ ਤੋਂ ਖੜੇ ਹੋਈਏ। ਬਾਕੀ ਜਿਹੜਾ ਗੱਲ ਤੁਸੀਂ ਕੀਤਾ, ਕਿੰਨੇ ਉੱਥੇ ਆਪਣੇ ਸਟੂਡੈਂਟ ਫਸੇ ਨੇ, ਉਹਨਾਂ ਆਪਣੇ ਜਿਹੜੇ ਪੰਜਾਬ ਤੋਂ ਸਟੂਡੈਂਟ ਬਣੇ ਨੇ, ਉਹਨਾਂ ਦੀ ਗੱਲ ਵੀ ਬਾਅਦ 'ਚ ਕਰਾਂਗੇ। ਪਰ ਜਿਹੜਾ ਪਹਿਲਾ ਆਪਣਾ ਫੋਕਸ ਹੈਗਾ ਇਸ ਵਕਤ ਜਿਹੜਾ ਇੱਥੋਂ ਦੇ, ਕਿਉਂਕਿ ਸਾਡੇ ਤੁਹਾਡੇ ਬੱਚੇ ਸਾਡਾ ਸਾਰਾ ਜ਼ਿੰਦਗੀ ਇਹੀ ਇੱਥੇ ਲਾ ਦਿੱਤੀ ਹੈ, ਸਾਰਾ ਤੇ ਸਾਡਾ ਇਹ ਕੰਟਰੀ ਹੈ ਤੇ ਇਸ ਕੰਟਰੀ ਸਾਡੀ ਜਿਹੜੀ ਲੋਇਲਟੀ ਚਾਹੀਦੀ ਹੈ ਇੱਥੋਂ ਵਾਸਤੇ, ਉਹਦੇ ਵਿੱਚੋਂ ਕੋਈ ਦੋ ਰਾਏ ਨਹੀਂ ਹੋਣੀ ਚਾਹੀਦੀਆਂ। ਕਿਉਂਕਿ ਟਾਈਮ ਟੂ ਟਾਈਮ ਸਵਾਲ ਆਉਂਦੇ ਨੇ ਵੀ ਜਿਹੜੇ ਇਮੀਗ੍ਰੈਂਟਸ ਨੇ ਉਹ ਖੜੇ ਹੋਣ ਲਈ ਤਿਆਰ ਕਿ ਨਹੀਂ। ਜੇ ਆਪਾਂ ਨੇ ਹੁਣ ਇੰਨੀ ਮਿਹਨਤ ਕਰਨੇ ਆ ਆਪਣੀ ਕਮਿਊਨਿਟੀ ਐਸਟੈਬਲਿਸ਼ ਹੈ, ਤੇ ਚਾਹੀਦਾ ਉਹਨਾਂ ਨੂੰ ਓਪਨਲੀ ਖੁੱਲ੍ਹ ਕੇ ਬੋਲਣ। ਇਹਨਾਂ ਜਾ ਵੀ ਰਹੇ ਨੇ ਸਾਰੇ, ਅਸੀਂ ਵੀ ਕਰਨੇ ਪਏ ਹਾਂ, ਹਰ ਤਰੀਕੇ ਨਾਲ ਸਪੋਰਟ ਕਰੀਏ। ਪਰ ਦੇਖੋ ਜਿਹੜਾ ਨਾ ਬਾਕੀ ਇਹਨਾਂ ਦੀ ਜਿਹੜੀ ਪੋਲੀਟਿਕਸ ਹੈ ਉਹਦੇ ਬਾਰੇ ਤੇ ਹੌਲੀ ਹੌਲੀ ਸਾਰਿਆਂ ਨੂੰ ਪਤਾ ਹੀ ਹੈ, ਹਰ ਪਾਸੇ ਨਿਊਜ਼ ਆ ਰਹੀ ਹੈ। ਪਰ ਕਦੀ ਤੁਸੀਂ ਇਹ ਦੇਖੋ ਵੀ ਮੈਨੂੰ ਉਹਨਾਂ ਦੀ ਸਪੀਚ ਬੜੀ ਅੱਛੀ ਲੱਗੀ, ਤੇ ਉਹਦੇ ਬਾਰੇ ਗੱਲ ਕਰਾਂਗੇ ਅੱਗੇ ਜਾ ਕੇ। ਪਰ ਦੇਖੋ ਉਹਨਾਂ ਨੇ ਕਿਹਾ ਵੀ ਮੈਨੂੰ ਇਹ ਨਹੀਂ ਹੋ ਸਕਦਾ ਵੀ ਜਿਸ ਤਰ੍ਹਾਂ ਹੁਣ ਆਪਾਂ ਦੋ ਵਾਕਫਕਾਰ ਲੋਕ ਹਾਂ, ਦੋ ਰਿਸ਼ਤੇਦਾਰ ਹਾਂ, ਦੋ ਦੋਸਤ ਹਾਂ, ਤੇ ਜਦੋਂ ਮੈਨੂੰ ਪਏ ਜ਼ਰੂਰਤ ਤੇ ਦਵਿੰਦਰਪਾਲ ਕੇ ਵੀ ਮੈਂ ਨਹੀਂ ਆ ਸਕਦਾ, ਮੈਂ ਤੁਹਾਨੂੰ ਨਾ ਤੁਸੀਂ ਮੁਸ਼ਕਿਲ 'ਚ ਫਸੇ ਹੋ, ਮੈਂ ਤੁਹਾਨੂੰ ਰਾਈਟਲੀ ਬੰਦਾ ਭੇਜ ਦੇਣਾ। ਲਿਪ ਸਰਵਿਸ ਹੀ ਚੱਲੇ ਕੰਮ ਕੋਈ ਆਵੇ ਨਾ, ਐਵੇਂ ਸਤਿ ਸ੍ਰੀ ਅਕਾਲ ਬੁਲਾਉਣ ਦਾ ਕੰਮ ਹੈ ਵੀ ਤੁਹਾਡੇ ਨਾਲ ਹੀ ਖੜੇ ਆ, ਤੁਹਾਡੇ ਪਿੱਛੇ ਆ, ਤੁਹਾਡੇ ਅੱਗੇ ਆ ਜਾਾਂਗੇ। ਤਾਂ ਉਹਦੇ ਨਾਲ ਬੜੀ ਮੁਸ਼ਕਿਲ ਆਈ। ਪਰ ਉਹ ਗੱਲਾਂ ਹੁਣ ਬਸਾਈਡ ਨੇ, ਉਹ ਛੱਡ ਗਏ। ਕਿਉਂਕਿ ਲੀਡਰਸ਼ਿਪ ਹੁੰਦੀ ਹੈ ਵੀ ਜਦੋਂ ਕ੍ਰਾਈਸਿਸ ਦੇ ਵਿੱਚ ਜਦੋਂ ਆਪ ਉੱਥੋਂ ਦੇ ਲੋਕ ਸਾਰੇ ਖੜੇ ਨੇ, ਦੇਖੋ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ।
ਟੈਂਕ ਨੂੰ ਰੋਕਣ ਵਾਸਤੇ ਚਾਹੀਦੀ ਹੈ ਪੂਰੀ ਛਾਤੀ ਚੌੜੀ। ਇਹ ਨਹੀਂ ਵੀ ਤਾਂ ਉਹਨਾਂ ਨੇ ਗਨਜ਼ ਫੜ ਲਈਆਂ, ਉਹਨਾਂ ਨੇ ਸਾਰਾ ਕੁਝ ਕੀਤਾ, ਉਹਨਾਂ ਦੇ ਬੱਚੇ ਉਹਨਾਂ ਦੇ ਜਿਹੜੇ ਯੰਗ ਜਿਹੜੇ ਲੋਕ ਇਨਵੋਲਵ ਨੇ, ਸਾਡੇ ਨਾਲ ਕਿੰਨਾ ਉਹਨਾਂ ਦਾ ਮਿਲਦਾ ਸਾਡੇ ਨਾਲ ਡਾਕਟਰ ਸਾਹਿਬ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਮੈਨੀਟੋਬਾ ਦੇ ਵਿੱਚ ਤੁਸੀਂ MLA ਬਣੇ, ਤੁਸੀਂ ਕਿ ਉਸ ਕਮਿਊਨਿਟੀ ਨਾਲ ਕਾਫੀ ਨੇੜੇ ਹੋ ਕੇ ਵਿਚਰੇ। ਹੁਣ ਸਾਡਾ ਸੁਭਾਅ ਵੀ ਹੈ, ਦੋ ਟੀਮਾਂ ਖੇਡਦੀਆਂ ਹੋਣ, ਉਹਨਾਂ 'ਚੋਂ ਜਿਹੜੀ ਤਕੜੀ ਟੀਮ ਹੈ ਅਸੀਂ ਉਹਨੂੰ ਵੀ ਨਹੀਂ ਜਾਣਦੇ, ਜਿਹੜੀ ਮਾੜੀ ਟੀਮ ਹੈ ਅਸੀਂ ਉਹਨੂੰ ਵੀ ਨਹੀਂ ਜਾਣਦੇ। ਪਰ ਪੰਜਾਬੀ ਸੁਭਾਅ ਹੈ, ਜਿਹੜੀ ਟੀਮ ਹਾਰ ਰਹੀ ਹੋਵੇ ਨਾ ਜੀ, ਅਸੀਂ ਸਾਡੀ ਆਟੋਮੈਟਿਕਲੀ ਉਹਦੇ ਨਾਲ ਸਾਡੀ ਹਮਦਰਦੀ ਹੋ ਜਾਂਦੀ ਹੈ। ਪਰ ਆਹ ਲੋਕਾਂ ਨਾਲ ਤੁਸੀਂ ਨੇੜਿਓਂ ਕੰਮ ਕੀਤਾ ਹੈ, ਸੱਚਮੁੱਚ ਇਹਨਾਂ ਦਾ ਖਿਆਲ, ਇਹਨਾਂ ਦਾ ਸੁਭਾਅ ਸਾਡੇ ਵਰਗੇ ਹੈ ਜੀ। ਦੇਖੋ ਇਹਨਾਂ ਦਾ ਇੰਨੇ ਚੰਗੇ ਲੋਕ ਨੇ, ਕੰਮ ਕਰਦੇ ਨੇ, ਹਰ ਇੱਕ ਨਾਲ ਮਿਲ ਕੇ ਆਪਣੇ ਲੋਕਾਂ ਦੀ ਸਪੋਰਟ ਕਰਦੇ ਨੇ। ਦੇਖੋ ਇਹਦੇ ਵਿੱਚੋਂ ਤੇ ਕੋਈ ਦੋ ਰਾਏ ਨਹੀਂ ਹੈਗੀਆਂ। ਗੱਲ ਤੇ ਹੈਗੀ ਹੈ ਵੀ ਇਹ ਈਵਨ ਇਹ ਨਹੀਂ ਵੀ ਕਿ ਤੁਸੀਂ ਇਹ ਮਾੜੀ ਟੀਮ ਹੈ, ਇਹ ਵੀ ਇੱਕ ਕਮਜ਼ੋਰ ਟੀਮ ਹੀ ਨਹੀਂ ਇਹਨੂੰ ਕਹਿ ਸਕਦੇ। ਹੋ ਸਕਦਾ ਵੀ ਫਾਈਨੈਂਸ਼ੀਅਲੀ ਕਮਜ਼ੋਰ ਹੋਣ, ਜਿਹੜੀ ਉਹ ਦੂਜੀ ਤਾਕਤ ਤੇ ਉਹਨਾਂ ਕੋਲ ਫੌਜ ਜ਼ਿਆਦਾ, ਪਰ ਜਿਹੜਾ ਫੌਜ ਦਾ ਤੇ ਦਿਲ ਦਾ ਬੜਾ ਫਰਕ ਹੁੰਦਾ। ਜਿਸ ਬੰਦੇ ਜਿਹੜਾ ਹੌਸਲਾ ਜਿਹੜਾ ਹੁੰਦਾ ਨਾ, ਦੇਖੋ ਤੇ ਇੱਕ ਬੰਦੇ ਦੋ ਬੰਦੇ ਨੇ ਟੈਂਕ ਰੋਕ ਲਏ ਨੇ, ਮੂਹਰੇ ਪੈ ਕੇ ਛਾਤੀ ਅੜਾ ਕੇ। ਸੋ ਉਹ ਜਿਹੜੀ ਗੱਲ ਹੈ ਪਰ ਨੈਚੁਰਲੀ ਬੜਾ ਹੁਣ ਦੇਖੋ ਰਿਫਿਊਜੀਜ਼ ਕਿੰਨੇ, ਮੈਂ ਉਹਦੇ ਬਾਰੇ ਗੱਲ ਕਰਨਾ। ਕੋਈ ਵੀ ਤੁਸੀਂ ਚੈਨਲ ਦੇਖ ਲਓ 47 'ਚ ਕੀ ਹੋਇਆ ਸੀ, ਜਦੋਂ ਆਪਣੇ ਲੋਕਾਂ ਨੂੰ ਇੰਨੀ ਪ੍ਰੋਬਲਮ ਪਈ ਸੀ, ਉਧਰੋਂ ਗੱਡੀਆਂ ਵਿੱਚ ਲੋਕੀ ਬਹਿ ਕੇ ਆਉਂਦੇ ਸੀ, ਕਿੰਨੇ ਸੀਨ ਯਾਦ ਨੇ, ਕਿੰਨੀਆਂ ਪਿਕਚਰਾਂ ਨੇ। ਕੋਈ ਚੈਨਲ ਤੁਸੀਂ ਦੇਖ ਲਓ, ਉਹਦੇ ਤੁਹਾਨੂੰ ਸੇਮ ਮਿਲਦੀਆਂ ਪਿਕਚਰਾਂ ਵੀ ਲੋਕੀ ਇੱਕ ਦੂਜੇ ਦੇ ਚੜ੍ਹਦੇ ਪਏ ਨੇ, ਇੱਕ ਦੂਜੇ ਟਰਾਈ ਕਰਦੇ ਪਏ ਨੇ, ਪਰ ਜਿਹੜੇ ਬੰਦੇ ਨੇ ਉਹ ਰਹਿ ਰਹੇ ਨੇ, ਆਪਣੀਆਂ ਲੇਡੀਜ਼ ਨੂੰ, ਬੱਚਿਆਂ ਨੂੰ ਭੇਜਦੇ ਪਏ ਨੇ। ਪਰ ਕੈਨ ਯੂ ਇਮੈਜਿਨ ਵੀ ਜੇ 3-3 4-4 ਬੱਚੇ 30-30 ਘੰਟੇ ਫਸੇ ਨੇ। ਸੋ ਨੈਚੁਰਲੀ ਦੁਨੀਆ ਸਾਰੀ ਨੇ ਹੈਲਪ ਕਰਨੀ ਹੈ। ਅਸੀਂ ਤਾਂ ਕੋਈ ਪਰਸਨਲੀ ਅਸੀਂ ਕਿੱਡੇ ਕੁ ਵੱਡੇ ਬੰਦੇ ਹਾਂ ਵੀ ਅਸੀਂ ਸਾਰਾ ਕੁਝ ਹੀ ਕਰ ਸਕਦੇ ਹਾਂ, ਪਰ ਆਪਣੀਆਂ ਭਾਵਨਾਵਾਂ ਜੇ ਤੁਸੀਂ ਨਹੀਂ ਟਾਈਮ ਸਿਰ ਡਿਸਪਲੇ ਕਰਦੇ, ਫਿਰ ਕੋਈ ਮਤਲਬ ਨਹੀਂ ਰਹਿ ਜਾਂਦਾ। ਇਹਦੇ ਵਿੱਚ ਜਿਹੜਾ ਇਮੋਸ਼ਨਸ ਤੇ ਲੌਜਿਕ ਜਿਹੜਾ ਦੋਨੋਂ ਚੀਜ਼ਾਂ ਪੈਰਲਲ ਨੇ। ਲੌਜਿਕ ਇਹ ਕਿ ਇਹਨਾਂ ਨੇ ਬਿਨਾਂ ਪ੍ਰਵੋਕ ਕੀਤਿਆਂ, ਬਿਨਾਂ ਗੱਲ ਤੋਂ ਦੂਜੇ ਮੁਲਕ ਤੇ ਅਟੈਕ ਕੀਤਾ। ਉਸ ਤੋਂ ਇਲਾਵਾ ਜਿਹੜਾ ਉਹਨਾਂ ਨੂੰ ਜਾ ਕੇ ਤੰਗ ਕਰਦੇ ਪਏ ਨੇ, ਤੇ ਤੰਗ ਕਰਨ ਦੇ ਬਾਵਜੂਦ ਜਿਹੜਾ ਨਾ ਇਸ ਤਰੀਕੇ ਨਾਲ ਘੇਰ ਲਿਆ ਕਿ ਮੁਸ਼ਕਲ ਆ ਰਹੀ ਹੈ ਬੱਚਿਆਂ ਨੂੰ। ਇਹ ਜਿਹੜਾ ਸਿਸਟਮ ਹੈ ਨਾ, ਸੋ ਜਿਹੜਾ ਦੇਖੋ 5-6 ਲੱਖ ਬੰਦਾ ਜਿਹੜਾ ਨਾ ਆਲਰੇਡੀ ਰਿਫਿਊਜੀ ਬਣ ਗਿਆ। ਬਿਲਕੁਲ। ਤੇ ਮੈਨੂੰ ਯਾਦ ਹੈ ਵੀ ਹਰ ਸਾਲ ਹਰ ਦਿਨ 1-2 ਲੱਖ ਬੰਦਾ ਪਹੁੰਚਣਾ, ਪਰ ਡਿਪੈਂਡ ਕਰ ਤੁਸੀਂ ਕਿੰਨੇ ਕੁ ਬੰਦੇ ਜਾਓਗੇ ਛੱਡ ਕੇ ਮੁਲਕ ਦੇ ਵਿੱਚੋਂ। ਸੋ ਸਾਨੂੰ ਚਾਹੀਦਾ ਵੀ ਜਿੱਥੇ ਵੀ ਸਾਡੇ ਬੰਦੇ ਵਾਕਫ ਨੇ, ਕੋਈ ਬੰਦੇ ਨੂੰ ਉੱਥੇ ਆਪਾਂ ਜਾਣੇ ਉਹਨਾਂ ਦੀ ਕਰੀਏ ਹੈਲਪ। ਪਰ ਜਿਹੜਾ ਅਸੀਂ ਸਪੈਸੀਫਿਕ ਪ੍ਰੋਗਰਾਮ ਕਰਨਾ ਉਹ 1-2 ਦਿਨਾਂ 'ਚ ਕਰਾਂਗੇ ਅਨਾਊਂਸ। ਅਸੀਂ ਬਾਕੀ ਅਦਾਰਿਆਂ ਨਾਲ ਵੀ ਕੀਤੀ ਹੈ ਗੱਲ ਵੀ ਅਸੀਂ ਕਿਸ ਤਰ੍ਹਾਂ ਕੋਆਰਡੀਨੇਸ਼ਨ ਕਰਕੇ ਤੇ ਜਿਹੜੀ ਯੂਕਰੇਨੀਅਨ ਕਮਿਊਨਿਟੀ, ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਸਪੋਰਟ ਸ਼ੋ ਕਰ ਸਕਦੇ ਹਾਂ। ਜਿਹੜੇ ਸਾਡੇ ਇਲੈਕਟਡ ਜਾਂ ਨਾਨ ਇਲੈਕਟਡ ਬੰਦੇ, ਉਹਨਾਂ ਦੇ ਨਾਲ ਵੀ ਮਿਲ ਕੇ, ਜਾਂ ਜਿਹੜੀ ਇਹਨਾਂ ਦੀ ਆਰਗੇਨਾਈਜੇਸ਼ਨ ਮੇਨ ਹੈ ਨੈਸ਼ਨਲ, ਉਹਨਾਂ ਦੇ ਨਾਲ ਅਸੀਂ ਮਿਲ ਕੇ ਗੱਲ ਕਰਦੇ ਪਏ ਹਾਂ। ਉਹਨਾਂ ਦੇ ਥਰੂ ਅਸੀਂ ਕੰਮ ਕਰਨਾ ਚਾਹੁੰਦੇ ਹਾਂ। ਅਸੀਂ ਨਹੀਂ, ਕਿਉਂਕਿ ਸਾਡੇ ਕੋਲ ਰਿਸੋਰਸਿਸ ਨਹੀਂ ਹੈਗੇ ਵੀ ਅਸੀਂ ਜਾ ਕੇ ਗਰਾਊਂਡ ਲੈਵਲ ਤੇ ਕੁਝ ਆਪਣੇ ਆਪ ਐਸਟੈਬਲਿਸ਼ ਕਰ ਸਕੀਏ। ਉਹ ਹੁੰਦਾ ਟੈਂਪਰੇਰੀ। ਇਹ ਜਿਹੜੇ ਆਲਰੇਡੀ ਜਿਨ੍ਹਾਂ ਨੂੰ ਉਹਨਾਂ ਦੀ ਬੋਲੀ ਆਉਂਦੀ, ਉਹਨਾਂ ਬਾਰੇ ਸਮਝੇ, ਉਹਨਾਂ ਦੀ ਇਨਫੋਰਮੇਸ਼ਨ ਆਲਰੇਡੀ ਉੱਥੇ ਹੈਗੀ ਹੈ। ਸੋ ਉਹਨਾਂ ਦੇ ਥਰੂ ਕੰਮ ਕਰਾਂਗੇ ਤੇ 1-2 ਦਿਨਾਂ 'ਚ ਮੈਂ ਸਾਰਿਆਂ ਨੂੰ ਅਸੀਂ ਸ਼ੇਅਰ ਕਰਾਂਗੇ ਸਾਰਿਆਂ ਦੇ ਨਾਲ। ਪਰ ਲੋਕ ਐਟ ਦਾ ਸਪੀਚ। ਜੀ ਡਾਕਟਰ ਸਾਹਿਬ, ਮੈਂ ਉਹੀ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਤੁਸੀਂ ਦੇਖੋ ਕਿ ਯੂਰਪੀਅਨ ਯੂਨੀਅਨ ਨੂੰ ਜਦੋਂ ਉਹਨਾਂ ਨੇ ਸੰਸਦ ਨੂੰ ਸੰਬੋਧਨ ਕੀਤਾ, ਜ਼ੋਲੈਂਸਕੀ ਨੇ, ਪ੍ਰੈਜ਼ੀਡੈਂਟ ਨੇ, ਦੇਖੋ ਉਹ ਬਹੁਤ ਭਾਵਕ ਅਪੀਲ ਸੀ ਉਹਨਾਂ ਦੀ। ਤੇ ਮੈਂ ਹੈਰਾਨ ਸੀ ਕਿ ਜਿਹੜੇ ਟਰਾਂਸਲੇਟਰ ਖੁਦ ਰੋ ਪਏ ਜੀ। ਤੁਸੀਂ ਦੇਖੋ ਕਿ ਉਹ ਕਹਿੰਦੇ ਵਜੂਦ ਦੀ ਲੜਾਈ ਲੜ ਰਹੇ ਹਾਂ, ਸਾਡੇ ਬੱਚਿਆਂ ਨੂੰ ਜੀਵਨ ਦਾ ਅਧਿਕਾਰ ਹੈ। ਜਦੋਂ ਇੱਕ ਰਾਸ਼ਟਰਪਤੀ, ਦੇਖੋ ਉਹਨਾਂ ਨੂੰ ਆਖਿਆ ਵੀ ਕਿ ਤੁਹਾਨੂੰ ਏਅਰਲਿਫਟ ਕਰ ਲੈਂਦੇ ਆ। ਜਿਹੜੀ ਆਪਾਂ ਹੁਣੀ ਗੱਲ ਕਰ ਰਹੇ ਸੀ ਕਿ ਭਾਵੇਂ ਫੌਜ ਉਹਨਾਂ ਕੋਲ ਘੱਟ ਹੋ ਸਕਦੀ ਆ, ਰਿਸੋਰਸਿਸ ਘੱਟ ਹੋ ਸਕਦੇ ਆ, ਪਰ ਹੌਸਲਾ ਦੇਖੋ ਜੀ ਕਿੱਡਾ। ਦੇਖੋ ਹੌਸਲੇ ਤੋਂ ਬਿਨਾਂ ਗੱਲ ਨਹੀਂ ਬਣਨੀ। ਇਹ ਤੇ ਤੁਹਾਨੂੰ ਪਤਾ ਵੀ ਹਿਸਟਰੀ ਵਿੱਚ ਦੇਖ ਲਓ, ਜਿਹੜੀਆਂ ਕੌਮਾਂ 'ਚ ਹੌਸਲਾ ਉਹੀ ਨੇ ਕਾਮਯਾਬ, ਤੇ ਜਿਹੜੀ ਕੌਮ ਨੇ ਡਰ ਕੇ ਭੱਜ ਜਾਣਾ ਉਹ ਤਾਂ ਨਹੀਂ ਕਾਮਯਾਬ ਹੋ ਸਕਦੀ। ਸੋ ਇਹ ਸਮਝਦੇ ਹਾਂ ਵੀ ਕਿਉਂਕਿ ਸਾਡੀ ਤਾਂ ਆਪਣੀ ਹਿਸਟਰੀ ਵੇਖ ਲਓ ਤੁਸੀਂ। ਜੇ ਕਿਸੇ ਦੇ ਮਨ ਦੇ ਵਿੱਚ ਖਿਆਲ ਆ ਗਿਆ, ਪੁੱਟ ਯੂਰ ਸੈਲਫ ਇਨ ਅ ਪੋਜੀਸ਼ਨ ਵੀ ਯੂ ਆਰ ਦੇਅਰ ਐਂਡ ਸਮਬਡੀ ਹੈਜ਼ ਕਮ ਟੂ ਅਟੈਕ ਯੂ ਐਂਡ you are helpless and you don't even know ਵੀ ਇਹ ਕਿਉਂ ਆ ਗਏ ਨੇ ਸਾਨੂੰ ਅਟੈਕ ਕਰਨ ਵਾਸਤੇ, ਕਿਸ ਤਰ੍ਹਾਂ ਸਾਡੇ ਤੇ ਹਮਲਾ ਕਰਨ ਦੇ। ਫੌਜ ਤੁਹਾਡੇ ਬਾਹਰ ਖੜੀ ਹੈ, ਲੱਖਾਂ ਹੀ ਫੌਜੀ ਜਿਹੜੇ ਬਾਹਰ ਖੜੇ ਨੇ, ਉਹਨਾਂ ਕੋਲ ਵੱਡੇ ਹਥਿਆਰ ਨੇ, ਉਹਨਾਂ ਕੋਲੋਂ ਦੂਸਰਾ ਵੀ ਕੰਮ ਹੈਗਾ, ਨਿਊਕਲੀਅਰ ਦਾ ਵੀ ਕੰਮ ਹੈਗਾ, ਉਹਨਾਂ ਕੋਲੋਂ ਹੋਰ ਤਰ੍ਹਾਂ ਦਾ ਡਰਾ, ਉਹਨਾਂ ਕੋਲ ਪ੍ਰੋਪੇਗੈਂਡਾ ਬੜਾ, ਉਹਨਾਂ ਕੋਲੋਂ ਮੈਂ ਸਮਝਣਾ ਵੀ ਉਹਨਾਂ ਨੇ ਮੈਨੂੰ ਜਾਪਦਾ ਸਾਡਾ ਪ੍ਰੋਗਰਾਮ ਵੇਖ ਕੇ ਉਹਨੇ ਸਾਡੇ ਦੁਆਲੇ ਹੋਣਾ ਸ਼ੁਰੂ ਹੋ ਜਾਣਾ ਜੀ ਆਹ ਬੰਦੇ ਕਿਹੜੇ ਨੇ, ਆਹ ਬੰਦਾ ਇਹ ਕੀ ਕਰਦੇ ਪਏ ਨੇ। ਪਰ ਜਿਹੜਾ ਨਾ ਸਾਡੇ 'ਚ ਦਮ ਹੈਗਾ, ਤੇ ਬਹੁਤ ਜ਼ਿਆਦਾ ਦਮ ਹੈ ਸਾਡੀ ਕਮਿਊਨਿਟੀ ਵਿੱਚ।
ਕੋਸਟ ਟੂ ਕੋਸਟ ਸਾਡੇ ਲੋਕ ਹੈਗੇ ਨੇ, ਦੇ ਸ਼ੁੱਡ ਵੀ, ਮੈਂ ਉਹਨਾਂ ਨੂੰ ਸਾਰਿਆਂ ਨੂੰ ਕਰਾਂਗਾ ਰਿਕੁਐਸਟ ਵੀ ਕਰੋ ਇਨਵੋਲਵਮੈਂਟ ਆਪਣੀ ਸ਼ੁਰੂ, ਕਿਸੇ ਵੀ ਲੈਵਲ ਤੇ ਚਾਹੀਦੀ ਸਾਨੂੰ ਇਨਵੋਲਵਮੈਂਟ ਕਰਨੀ। ਕੋਈ ਵੀ ਤੁਹਾਨੂੰ ਬੰਦਾ ਜਾਣਦਾ ਕਿ ਤੁਹਾਡਾ ਗੁਆਂਢੀ ਹੈ ਜਾਂ ਤੁਸੀਂ ਕਿਸੇ ਨਾਲ ਕੰਮ ਕੀਤਾ ਜਾਂ ਉਹ ਜਿੱਥੇ ਇਹਨਾਂ ਦੇ ਡੈਮੋਨਸਟ੍ਰੇਸ਼ਨ ਹੁੰਦੇ ਨੇ ਸਾਨੂੰ ਪਾਰਟਿਸਿਪੇਟ ਕਰਨਾ ਚਾਹੀਦਾ। ਐਕਚੁਅਲੀ ਉਹਨਾਂ ਨੂੰ ਪੁੱਛੋ ਵੀ ਅਸੀਂ ਤੁਹਾਡੇ ਵਾਸਤੇ ਕਿਸ ਤਰੀਕੇ ਨਾਲ ਤੁਹਾਡੀ ਹੈਲਪ ਕਰ ਸਕਦੇ ਹਾਂ, ਤੇ ਗਰਾਊਂਡ ਲੈਵਲ ਤੇ ਕਿਉਂਕਿ ਉਹਨਾਂ ਦਾ ਸਿਸਟਮ ਸੈਟਅਪ ਹੈ, ਉਹਨਾਂ ਦੇ ਚੈਨਲ ਦੇ ਥਰੂ ਜਾਣਾ ਸਾਡੇ ਵਾਸਤੇ ਮੈਂ ਸਮਝਦਾ ਡਾਕਟਰ ਸਾਹਿਬ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਦੇ ਚੈਨਲ ਦੇ ਥਰੂ ਜਾਣਾ ਲਾਜ਼ਮੀ ਹੈ ਔਰ ਬਿਹਤਰ ਰਹੇਗਾ। ਆਮ ਬੰਦੇ ਜਿਹੜੇ ਇਸ ਵਕਤ ਆਪਾਂ ਨੂੰ ਦੁਨੀਆ ਦੇ ਵੱਖ-ਵੱਖ ਕੋਨਿਆਂ 'ਚ ਦੇਖ ਰਹੇ ਹੋਣਗੇ, ਉਹ ਭਾਵੇਂ ਕੈਨੇਡਾ 'ਚ ਦੇਖ ਰਹੇ ਨੇ, ਅਮਰੀਕਾ ਜਾਂ ਦੁਨੀਆ ਦੇ ਕਿਸੇ ਹੋਰ ਕੋਨੇ 'ਚ, ਉਹ ਕਿਵੇਂ ਮਦਦ ਕਰ ਸਕਦੇ? ਦੇਖੋ ਜਿਹੜੀ ਕੈਨੇਡੀਅਨ ਯੂਕਰੇਨੀਅਨ ਕਾਂਗਰਸ ਹੈ ਜੀ ਉਹਨਾਂ ਦੀ ਵੈਬਸਾਈਟ ਤੇ ਸਾਰੀ ਇਨਫੋਰਮੇਸ਼ਨ ਹੈਗੀ ਹੈ। ਤੁਸੀਂ ਜਾ ਕੇ ਉੱਥੇ ਵੈਬਸਾਈਟ ਤੇ ਦੇਖ ਕੇ ਉਹਨਾਂ ਨੂੰ ਤੁਸੀਂ ਈਮੇਲ ਕਰੋ ਜਾਂ ਉਹਨਾਂ ਦੇ ਫੋਨ ਨੰਬਰ ਹੈਗੇ ਨੇ ਜਾਂ ਉਹਨਾਂ ਦਾ ਸਿਸਟਮ ਬੜਾ ਸੋਹਣਾ ਸੈਟਅਪ ਹੈ, ਤੁਸੀਂ ਕਿਸ ਤਰ੍ਹਾਂ ਫਾਈਨੈਂਸ਼ੀਅਲੀ ਕਰ ਸਕਦੇ ਹੈਲਪ। ਜਿਹੜੇ ਉਹਨਾਂ ਦਾ ਹਿਊਮਨ ਡਿਜ਼ਾਸਟਰ ਹੈ ਉਹਦੇ ਵਾਸਤੇ ਪੈਸੇ ਦੀ ਪੈਣੀ ਹੈ ਜ਼ਰੂਰਤ, ਤੇ ਆਪਾਂ ਲੋਕ ਪੈਸੇ ਦੀ ਮਦਦ ਤੇ ਕਰ ਹੀ ਸਕਦੇ ਹਾਂ ਜੀ ਤੇ ਉਹ ਅਸੀਂ ਆਰਗੇਨਾਈਜ਼ ਕਰਨੇ ਪਏ ਹਾਂ। ਸੋ ਅਜੇ ਡੀਟੇਲ ਨਹੀਂ ਮੇਰੇ ਕੋਲ ਹੈਗੀਆਂ ਪੂਰੀਆਂ, ਕਿਉਂਕਿ ਜਿੰਨੀ ਦੇਰ ਤੱਕ ਪੂਰਾ ਇਹਨੂੰ ਅਸੀਂ ਸਟ੍ਰੀਮਲਾਈਨ ਨਹੀਂ ਕਰਦੇ, ਕਿਉਂਕਿ ਛੋਟਾ ਮੋਟਾ ਕੰਮ ਤੇ ਹੈ ਨਹੀਂ। ਸੋ ਸਾਰਿਆਂ ਨੂੰ ਮਿਲ ਕੇ ਗੱਲਬਾਤ ਕਰਕੇ, ਪਰ ਅਸੀਂ ਵੀ ਹੈਵ ਅ ਲਾਰਜ ਗਰੁੱਪ, ਜੀ ਸਾਡੇ ਕੋਲ ਬਹੁਤ ਵੱਡਾ ਗਰੁੱਪ ਹੈ ਜਿਹੜੇ ਕਿ ਇਸ ਵੱਲੇ ਕੰਮ ਕਰਦੇ ਪਏ ਨੇ, ਪਰ ਅਸੀਂ ਉਹਨਾਂ ਦੇ ਥਰੂ ਕੰਮ ਕਰਨਾ ਚਾਹੁੰਦੇ ਹਾਂ ਕਿਉਂਕਿ ਅਦਰਵਾਈਜ਼ ਇਹ ਪ੍ਰੋਬਲਮ ਪੈ ਜਾਂਦੀ ਹੈ। ਕਈ ਤਰ੍ਹਾਂ ਦੇ ਜਿਹੜੇ ਨਾ ਵਾਦ ਉੱਠਦੇ ਨੇ ਬਾਅਦ 'ਚ। ਸੋ ਬੈਸਟ ਹੁੰਦਾ ਵੀ ਜਿੰਨਾ ਅਸੀਂ ਕਰ ਸਕਦੇ ਹਾਂ ਉਹ ਕਲੀਅਰ ਕਰਾਂਗੇ, ਉਹਨਾਂ ਦੇ ਨਾਲ ਕੰਮ ਕਰਾਂਗੇ, ਪਰ ਇਹ ਜ਼ਰੂਰ ਹੈਗਾ ਵੀ ਕੰਮ ਉਹ ਤੇ ਬਾਅਦ ਦੀ ਗੱਲ ਹੈ, ਪਰ ਹੁਣ ਜਿਹੜੀ ਆਵਾਜ਼ ਹੈ ਨਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਜਿਹੜੀ ਹੈ ਉਹਨਾਂ ਨੂੰ ਕਿਸ ਤਰ੍ਹਾਂ ਇਹ ਪਰੇਸ਼ਾਨੀ ਆ ਸਕਦੀ ਹੈ, ਕੱਲ੍ਹ ਨੂੰ ਕਿਸੇ ਮੁਲਕ 'ਚ ਹੋਰ ਵੀ ਆ ਸਕਦੀ ਹੈ, ਜਿੱਥੋਂ ਅਸੀਂ ਆਏ ਹਾਂ ਸਾਨੂੰ ਵੀ ਆ ਸਕਦੀ ਹੈ। ਅਸੀਂ ਵੀ ਵੇਖਿਆ, ਸਾਡੇ ਲੋਕਾਂ ਨੇ ਵੀ ਪਾਰਟੀਸ਼ਨ ਦੇਖੀ ਹੈ, ਸਾਡੇ ਲੋਕਾਂ ਨੇ ਬਹੁਤ ਸਿਆਪੇ ਦੇਖੇ ਨੇ। ਸਾਡੀ ਕਮਿਊਨਿਟੀ ਦੇਖੋ ਹੁਣ ਕਿੰਨੇ 20 ਮੁਲਕਾਂ 'ਚ ਕਿਉਂ ਫਿਰਦੇ ਪਏ ਨੇ, ਕੋਈ ਨਾ ਕੋਈ ਗੱਲ ਤੇ ਹੈ ਹੀ ਨੇ, ਲੋਕੀ ਅਪਸੈਟ ਨੇ। ਤੇ ਉਹ ਟਾਈਮ ਹੋਰ ਸੀ। ਹੁਣ ਜਿਹੜਾ ਜਦੋਂ ਇਹਨਾਂ ਦਾ ਆਪਣਾ ਮੁਲਕ ਹੈ, ਇਹਨਾਂ ਨੂੰ ਮੁਲਕ ਉਹਨਾਂ ਨੇ ਕਿਸੇ ਤੋਂ ਨਹੀਂ ਲਿਆ, ਮੁਲਕ ਨੂੰ ਬਿਲਡ ਕਰਦੇ ਪਏ ਨੇ, ਕੰਟਰੀਬਿਊਟ ਕਰਦੇ ਪਏ ਨੇ ਸਾਰੀ। ਉੱਥੇ ਉਹਨਾਂ ਦੇ ਕਿੰਨੇ ਮੇਰੇ ਖਿਆਲ 30,000 ਸਟੂਡੈਂਟ ਨੇ ਹਿੰਦੁਸਤਾਨ ਤੋਂ ਉੱਥੇ ਬੈਠੇ ਨੇ, ਦੇਖੋ ਉਹਨਾਂ ਨੂੰ ਵੀ ਤੇ ਸਰਵਿਸ ਪ੍ਰੋਵਾਈਡ ਕਰਦੇ ਪਏ ਨੇ। ਸੋ ਉਹ ਜਿਹੜੀਆਂ ਗੱਲਾਂ ਨੇ ਕਿ ਮੈਨੂੰ ਨਹੀਂ ਸੀ ਪਤਾ ਵੀ ਇੰਨਾ ਕੁਝ ਜਿਹੜਾ ਸਿਸਟਮ ਦੇ ਵਿੱਚ ਇੰਨੀ ਹੈਗੀ ਹੈ ਖਰਾਬੀ ਕਿ ਤੁਸੀਂ ਇੱਕੋ ਮੁਲਕ ਗੁਆਂਢੀ ਮੁਲਕ ਜਿਹੜਾ ਕਿਸੇ ਨੂੰ ਜਾ ਕੇ ਤੇ ਇੰਨਾ ਖਤਰਨਾਕ ਹੋ ਜਾਏ, ਕਿਉਂਕਿ ਉਹ ਹੁਣ ਤੇ ਯੋਗਾ ਆ ਗਿਆ ਇਹਦਾ ਸੋਸ਼ਲ ਨੈਟਵਰਕ ਦਾ, ਕੋਈ ਗੱਲ ਤੇ ਛੁਪਾਈ ਨਹੀਂ ਜਾ ਸਕਦੀ। ਹੁਣ ਆਪਾਂ ਗੱਲ ਕਰਨੇ ਪਏ, ਸਾਰੀ ਗੱਲ ਅੱਧੇ ਘੰਟੇ 'ਚ ਫੈਲ ਜਾਣੀ ਹੈ ਸਾਰੇ ਪਾਸੇ, ਤੇ ਆਪਾਂ ਨੂੰ ਚਾਹੀਦਾ ਵੀ ਇਸੇ ਕਰਕੇ ਬੜੀ ਜਿਹੜੀ ਗੱਲ ਠੋਸ ਆਪਾਂ ਕਰਨੀ ਹੈ ਵੀ ਇਹ ਸਾਰਿਆਂ ਦੀ ਪ੍ਰੋਬਲਮ ਹੈ। ਜੇ ਇੱਕ ਕਮਿਊਨਿਟੀ ਦਾ ਅਟੈਕ ਹੈ ਤੇ ਬਾਕੀਆਂ ਦੀ ਅਟੈਕ ਹੈ। ਜਿਹੜੀ ਮਿਨੋਰਿਟੀ ਕਮਿਊਨਿਟੀ ਹੈ ਕੈਨੇਡਾ ਦੇ ਵਿੱਚ, ਉਹ ਵੀ ਸਾਡੇ ਵਾਂਗੂ ਹੀ ਨੇ। ਉਹਨਾਂ ਦੇ ਜੇ ਅਸੀਂ ਉਹਨਾਂ ਨਾਲ ਨਹੀਂ ਖੜੇ ਹੋਣਾ ਤੇ ਫਿਰ ਅਸੀਂ ਕਿਹਦੇ ਵਾਸਤੇ ਖੜੇ ਹੋਣਾ। ਤੇ ਮੈਂ ਸਮਝਦਾ ਵੀ ਬੜਾ ਕ੍ਰੂਸ਼ੀਅਲ, ਸਾਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ। ਵੀ ਸ਼ੁੱਡ ਸਪੋਰਟ ਦੈਮ ਹੋਲ ਹਾਰਟਡਲੀ। ਸੋ ਜਿਸ ਤਰ੍ਹਾਂ ਆਪਾਂ ਕਹਿੰਦੇ ਚਲੋ ਫਾਈਨੈਂਸ਼ੀਅਲੀ ਤਾਂ ਸਪੋਰਟ ਕੀਤੀ ਜਾ ਸਕਦੀ ਹੈ। ਮੈਂ ਅੱਜ ਹੀ ਵੇਖ ਰਿਹਾ ਸੀ ਜਿਨ੍ਹਾਂ ਦੇ ਮਾਪੇ ਭਾਰਤ ਦੇ ਵਿੱਚ ਇੰਡੀਆ 'ਚ ਬੈਠੇ ਹੈ ਤੇ ਬੱਚੇ ਜਿਨ੍ਹਾਂ ਦੇ ਉੱਥੇ ਯੂਕਰੇਨ ਪੜ੍ਹਨ ਗਏ ਸੀ, ਉਹ ਕਹਿੰਦੇ ਸਾਡੀ ਕਿਸੇ ਨੇ ਸੁਣੀ ਨਹੀਂ, ਇਸ ਕਰਕੇ ਅਸੀਂ ਯੂਕਰੇਨ ਦੀ ਅੰਬੈਸੀ ਦੇ ਬਾਹਰ, ਰੂਸ ਦੀ ਅੰਬੈਸੀ ਦੇ ਬਾਹਰ ਪ੍ਰਦਰਸ਼ਨ ਕਰਾਂਗੇ। ਕਿ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਕੈਨੇਡਾ ਦੇ ਵਿੱਚ ਵੀ ਇੰਝ ਹੋ ਸਕਦਾ? ਦੇਖੋ ਹਰ ਚੀਜ਼ ਪੋਸੀਬਲ ਹੈ। ਜਦੋਂ ਡਿਜ਼ਾਸਟਰ ਹੁੰਦਾ, ਜਿਹੜੀ ਵਾਰ ਹੈ ਨਾ, ਵਾਰ ਦੇ ਵਿੱਚ ਕੁਝ ਵੀ ਹੋ ਸਕਦਾ। ਵਾਰ ਦੇ ਵਿੱਚ ਕੰਟਰੋਲ ਤੇ ਕੋਈ ਹੈ ਨਹੀਂ, ਇਮੋਸ਼ਨ ਉੱਥੇ ਤੇ ਇੱਕ ਨੇ ਗਨ ਪੁੱਠੀ ਚਲਾਤੀ, ਇੱਕ ਟੈਂਕ ਇੱਧਰ ਗਿਆ ਉੱਧਰ ਗਿਆ ਤੇ ਗੜਬੜ ਹੋ ਗਈ, ਕਿਉਂਕਿ ਉਹਦੇ ਕੋਈ ਕੰਟਰੋਲ ਨਹੀਂ ਹੈਗਾ। ਇਸੇ ਕਰਕੇ ਕਿਸੇ ਦੀ ਵੀ ਪ੍ਰੋਬਲਮ ਆ ਸਕਦੀ ਹੈ। ਜਿਹੜੇ ਲੋਕ ਬਾਹਰੋਂ ਗਏ ਨੇ ਉਹਨਾਂ ਦੇ ਇਸ਼ੂ ਵੀ ਹੈਗੇ ਨੇ, ਪਰ ਆਈ ਥਿੰਕ ਦੋਸਤ ਜਿਹੜੇ ਇਸ਼ੂ ਨੇ, ਉਹ ਜਿਹੜੀਆਂ ਕੰਟਰੀਆਂ ਤੋਂ ਆਏ ਨੇ ਲੋਕ, ਉਹ ਉਹਨਾਂ ਨੂੰ ਹੈਲਪ ਕਰਦੇ ਪਏ ਨੇ। ਪਰ ਸਾਡਾ ਰੋਲ ਬਣਦਾ ਵੀ ਅਸੀਂ ਇੱਥੇ ਬੈਠ ਕੇ ਇਸ ਚੀਜ਼ ਨੂੰ ਐਗਜ਼ਾਮਨ ਕਰੀਏ ਵੀ ਜਿਹੜੀ ਸਾਡਾ ਜਿਹੜਾ ਮੇਨ ਫੋਕਸ ਹੈ ਇਸ ਟਾਈਮ ਤੇ ਉਹ ਹੈਗਾ ਵੀ ਜਿਹੜੇ ਮਦਦ ਕਰੀਏ, ਉਹਨਾਂ ਦੀ ਮਦਦ ਕਰੀਏ। ਤੇ ਉਹਦੇ ਵਿੱਚ ਜਦੋਂ ਉਹਨਾਂ ਦੀ ਮਦਦ ਕਰਨੀ ਹੈ, ਬਾਕੀ ਨੈਚੁਰਲੀ ਉਹਨਾਂ ਬਾਕੀਆਂ ਦੀ ਹੋਣੀ ਮਦਦ। ਤੇ ਟਾਈਮ ਟੂ ਟਾਈਮ ਜੇ ਸਾਡੇ ਕੋਲ ਇਹੋ ਜਿਹੇ ਰਿਸੋਰਸਿਸ ਹੋਣ ਵੀ ਅਸੀਂ ਉਹਨਾਂ ਨੂੰ ਵੀ ਕੱਢਣ 'ਚ ਮਦਦ ਕਰ ਸਕਦੇ ਹਾਂ, ਉਹ ਕਰਨੀ ਚਾਹੀਦੀ ਹੈ। ਕਿਉਂਕਿ ਕੋਈ ਪਤਾ ਨਹੀਂ ਵੀ ਕਿਹਦੀ ਫੈਮਿਲੀ ਦਾ ਕਿਹੜਾ ਬੱਚਾ ਉੱਥੇ ਫਸਿਆ। ਕਿਉਂਕਿ ਜਿਹੜਾ ਕੋਈ ਬੱਚਾ ਛੱਡ ਕੇ ਆ ਰਿਹਾ ਆਪਣਾ ਮੁਲਕ, ਦੂਜੇ ਮੁਲਕ 'ਚ ਪੜ੍ਹਨ ਆਇਆ, ਤੇ ਉਹਦੇ ਮਾਂ-ਬਾਪ ਨੇ ਉਹਨੂੰ ਭੇਜਿਆ ਪੜ੍ਹਨ ਵਾਸਤੇ, ਪੈਸੇ ਖਰਚ ਕੀਤੇ ਨੇ, ਤੇ ਨੈਚੁਰਲੀ ਜਿਹੜੇ ਮੁਲਕ ਵਿੱਚ ਆਇਆ ਉਹਨਾਂ ਦਾ ਵੀ ਫਰਜ਼ ਬਣਦਾ ਵੀ ਉਹਨਾਂ ਦੀ ਸਪੋਰਟ ਕਰਨ। ਪਰ ਜਦੋਂ ਇਸ ਟਾਈਮ ਦੇ ਵਿੱਚ ਮੈਂ ਰਾਤੀ ਵੇਖਦਾ ਪਿਆ ਸੀ ਨਿਊਜ਼ ਦੇ ਵਿੱਚ, ਹਰ ਇੱਕ ਨੂੰ ਆਪੋ-ਤਾ ਪਈ ਹੈ, ਹਰ ਇੱਕ ਨੇ ਵੇਖਣਾ। ਕਿਉਂਕਿ ਜਿਹੜੇ ਬਾਰਡਰ ਨੇ ਤਾਂ ਤੁਹਾਡੇ ਪਾਸਪੋਰਟ 'ਤੇ ਕੰਮ ਕਰਨਾ, ਬਿਲਕੁਲ ਉਹਨੇ ਤੇ ਵੇਖਣਾ ਵੀ ਉਹਨਾਂ ਨੇ ਵੀ ਤੁਸੀਂ ਕਿਹੜੇ ਕੰਟਰੀ ਦਾ, ਤੁਸੀਂ ਕਿੱਥੋਂ, ਤੁਹਾਡਾ ਪਾਸਪੋਰਟ ਕਿਹੜੀ ਗੱਲ ਤੁਹਾਨੂੰ, ਉਹ ਤੇ ਸਾਰਾ ਉਹ ਗੱਲਾਂ ਜਿਹੜੀਆਂ ਨਾ
ਉਹ ਕੰਪਲਿਕੇਟਡ ਬੜੀਆਂ ਨੇ, ਪਰ ਜਿੰਨੀ ਦੇਰ ਤੱਕ UNO ਵਾਲੇ ਪੂਰੀ ਤਰ੍ਹਾਂ ਠੋਕੇ ਨਹੀਂ ਗੱਲ ਤੇ ਉਹ ਕਰਦੇ ਪਏ ਨੇ, ਪਰ ਜਦੋਂ ਠੋਕ ਕੇ ਨਹੀਂ ਕਰਦੇ। ਨਹੀਂ, ਗੱਲ ਜਦੋਂ ਕਰਦੇ ਨੇ ਵੀ ਇੱਕ ਜਿਹੜਾ ਮੈਂਬਰ ਬੈਠਾ ਉਹਨੇ ਵੀਟੋ ਕੀਤੀ ਹੈ। ਜਿਹੜੇ ਬੰਦੇ ਨੇ ਤੁਹਾਨੂੰ ਅਟੈਕ ਕੀਤਾ ਉਹੀ ਤੁਹਾਡਾ ਇੰਚਾਰਜ ਹੈ, ਉਹੀ ਵੀਟੋ ਕਰ ਰਿਹਾ, ਉਹੀ ਤੁਹਾਡਾ ਇੰਚਾਰਜ ਹੈ। ਫਿਰ ਗੱਲ ਹੀ ਨਾ ਬਣਦੀ ਹੈ ਜਿਹੜਾ ਦੁਨੀਆ ਦਾ ਆਰਡਰ ਹੈ ਇਹ ਚੇਂਜ ਕਰਨ ਦੀ। ਪਰ ਅਸੀਂ ਤੇ ਆਵਾਜ਼ ਹੀ ਉਠਾ ਸਕਦੇ ਹਾਂ। ਕੈਨੇਡਾ ਨੇ ਬਥੇਰੀ ਟਰਾਈ ਕੀਤੀ ਸੀ ਵੀ ਸਾਡੀ ਸੀਟ ਮਿਲੇ, ਪਰ ਉੱਥੇ ਨਹੀਂ ਮਿਲੀ। ਪਰ ਤੁਸੀਂ ਦੇਖੋ ਕਿ ਜਿਹੜੀ ਸਾਡੀ ਹਿਸਟਰੀ ਹੈ ਇਹ ਕਿੰਨੀ ਮਤਲਬ ਕਿ ਬੜੀਆਂ ਗੱਲਾਂ ਜਿਹੜੀਆਂ ਨੇ ਚਾਹੀਦੀਆਂ ਵੀ ਸਾਨੂੰ ਇੱਕ ਦੂਜੇ ਕੋ ਪੜ੍ਹੋ ਇਹਨਾਂ ਦੀ। ਮੈਂ ਸਮਝਦਾ ਵੀ ਸਾਰਿਆਂ ਨੂੰ ਕਹਿਣਾ ਵੀ ਇਹਨਾਂ ਦੀ ਹਿਸਟਰੀ ਪੜ੍ਹੋ। ਕੈਨੇਡਾ ਵਿੱਚ ਦੇਖੋ ਵੀ ਇਹਨਾਂ ਨੇ ਕਿੰਨੇ ਇਹ ਲੋਕ ਮਿਹਨਤੀ ਨੇ, ਕਿੰਨੇ ਮੁਸ਼ਕਲ ਦੇ ਵਿੱਚ ਇਹਨਾਂ ਨੇ ਸ਼ੁਰੂ ਵਿੱਚ ਆ ਕੇ ਤੇ ਐਸਟੈਬਲਿਸ਼ ਕੀਤਾ ਆਪਣੇ। ਹੁਣ ਇਹਨਾਂ ਦੇ ਬੱਚੇ ਅੱਗੇ ਪਹੁੰਚ ਗਏ ਨੇ, ਇਹਨਾਂ ਦੇ ਬਣੇ ਨੇ ਗਵਰਨਰ ਜਨਰਲ ਵੀ ਬਣੇ ਨੇ, ਇਹਨਾਂ ਦੇ ਡਿਪਟੀ ਪ੍ਰਾਈਮ ਮਿਨਿਸਟਰ ਵੀ ਬਣੇ ਨੇ, ਇਹਨਾਂ ਦੇ ਹੁਣ ਡਿਪਟੀ ਪ੍ਰਾਈਮ ਮਿਨਿਸਟਰ ਹੁਣ ਵੀ ਆਏ ਨੇ, ਪ੍ਰੀਮੀਅਰਸ ਵੀ ਹੈਗੇ ਨੇ। ਸੋ ਇਹਨਾਂ ਦਾ ਹਰ ਜਗ੍ਹਾ ਤੇ ਹਰ ਇਹਨਾਂ ਦੇ ਖੇਤਰ ਦੇ ਵਿੱਚ ਇਹਨਾਂ ਦਾ ਯੋਗਦਾਨ ਹੈ ਸਾਡੇ ਵਾਂਗੂ। ਆਈ ਥਿੰਕ ਸਾਡੇ ਨਾਲੋਂ ਵੀ ਇਹਨਾਂ ਦਾ ਜ਼ਿਆਦਾ, ਕਿਉਂਕਿ ਇਹਨਾਂ ਨੇ ਪਹਿਲਾਂ ਆਏ ਸੀ, ਇਹਨਾਂ ਦਾ ਸਟਰਕਚਰ ਸਾਡੇ ਨਾਲੋਂ ਜ਼ਿਆਦਾ ਸਟਰੋਂਗ ਸੀ ਤੇ ਨਾਲੇ ਇਹਨਾਂ ਦਾ ਜਿਹੜਾ 3 ਪ੍ਰੋਵਿੰਸ ਵਿੱਚ ਸੀ ਜ਼ਿਆਦਾ ਸਟਰੋਂਗ, ਅਸੀਂ ਸਾਰੇ ਪਾਸੇ ਫੈਲੇ ਸੀ। ਸੋ ਓਵਰਆਲ ਜਿਹੜਾ ਨਾ ਸਾਡੇ ਨਾਲ ਇਹਨਾਂ ਦੀਆਂ ਬੜੀਆਂ ਗੱਲਾਂ ਮਿਲਦੀਆਂ ਨੇ, ਸਾਨੂੰ ਚਾਹੀਦਾ ਇਹਨਾਂ ਦਾ ਸਪੋਰਟ ਕਰੀਏ। ਡਾਕਟਰ ਸਾਹਿਬ, ਸੋ ਫਾਰ ਹੁਣ ਤੱਕ ਪਿਛਲੇ ਹਫ਼ਤੇ ਦੇ ਦੌਰਾਨ ਜਦੋਂ ਦੀ ਇਹ ਜੰਗ ਲੱਗੀ ਹੈ, ਤੁਹਾਨੂੰ ਲੱਗਦਾ ਜੋ ਕੈਨੇਡਾ ਗੌਰਮੈਂਟ ਨੇ ਹੁਣ ਤੱਕ ਜਿਹੜੇ ਸਟੈਪ ਲਏ ਨੇ ਉਹਨਾਂ ਤੋਂ ਸੈਟੀਸਫਾਈਡ ਹੋ ਜੀ? ਅਸੀਂ ਹੁਣ ਦੇਖੋ, ਅਸੀਂ ਇੱਥੋਂ ਦੇ ਸਿਟੀਜ਼ਨ ਹਾਂ ਜੀ, ਰਿਸਪੌਂਸੀਬਲ ਲੋਕ ਹਾਂ ਅਸੀਂ, ਤੁਸੀਂ ਰਿਸਪੌਂਸੀਬਲ, ਅਸੀਂ ਇੱਥੇ ਮੈਂ ਸਮਝਦਾ ਵੀ ਜੋ ਗਵਰਨਮੈਂਟ ਆਫ ਕੈਨੇਡਾ ਕਰਦੀ ਪਈ ਇਹ ਕਰਨਾ ਚਾਹੀਦਾ ਜੀ, ਕਰਦੇ ਰਹਿਣਾ ਚਾਹੀਦਾ। ਇਹਨਾਂ ਨੂੰ ਚਾਹੀਦਾ ਵੀ ਰਿਫਿਊਜੀਜ਼ ਜਿਹੜੇ ਉੱਥੇ ਬਣਦੇ ਪਏ ਨੇ ਉਹਨਾਂ ਨੂੰ ਲੈ ਕੇ ਆਉਣ ਜਿੰਨੀ ਜਲਦੀ ਹੋਏ, ਕਿਉਂਕਿ ਆਪਾਂ ਅਫਗਾਨਿਸਤਾਨ 'ਚੋਂ ਵੀ ਲੈ ਕੇ ਆਏ ਸੀ ਕੰਟਰੀ ਨੇ, ਇਹਨਾਂ ਨੇ ਅਲਾਉ ਕੀਤਾ ਸੀ, ਬਾਕੀ ਕੰਟਰੀਆਂ 'ਚ ਵੀ ਅਲਾਉ ਕੀਤਾ ਤੇ ਯੂਕਰੇਨ ਦੇ ਨੂੰ ਵੀ ਆਉਣਾ ਚਾਹੀਦਾ, ਕਿਉਂਕਿ ਉਹਨਾਂ ਦੀਆਂ ਫੈਮਲੀਜ਼ ਨੇ, ਉਹਨਾਂ ਨੇ ਸਟਰਕਚਰ ਇਹਨਾਂ ਨੇ ਐਸਟੈਬਲਿਸ਼ ਆਲਰੇਡੀ ਹੈਗਾ। ਸੋ ਲੈਂਗੁਏਜ ਦਾ ਬੈਰੀਅਰ ਕੋਈ ਨਹੀਂ, ਕੰਮ ਦੀ ਕੋਈ ਗੱਲ ਨਹੀਂ, ਜੇ ਟੈਂਪਰੇਰੀ ਵੀ ਪਰਮਨੈਂਟ ਨੇ ਉਹਦੇ ਵਿੱਚ ਤਾਂ ਕੋਈ ਇਸ਼ੂ ਨਹੀਂ। ਪਰ ਗਵਰਨਮੈਂਟ ਆਫ ਕੈਨੇਡਾ ਨੇ ਸਭ ਤੋਂ ਅੱਗੇ ਕੰਮ ਕਰਦੇ ਪਏ ਨੇ। ਜਿਹੜੀ ਇਹ ਦੇਖੋ ਬਿਊਟੀ ਹੈ ਵੀ ਇੱਕ ਇਹੋ ਜਿਹਾ ਇਸ਼ੂ ਹੈ ਕਿ ਕੋਈ ਵੀ ਪੋਲੀਟੀਕਲ ਪਾਰਟੀ, ਕਿਸੇ ਵੀ ਕਲਰ ਦੀ ਪੋਲੀਟੀਕਲ ਪਾਰਟੀ ਕਿਸੇ ਕੋਨੇ ਕਰਨ ਦਾ ਕੋਈ ਮਤਲਬ ਨਹੀਂ ਹੈਗਾ, ਕਿਉਂਕਿ ਇਹ ਸਾਰਿਆਂ ਦਾ ਕੰਮ ਸਾਂਝਾ ਕੰਟਰੀ ਦੇ ਬਰਾਬਰ ਹੈ। ਅੱਜ ਕਿਹਦੀ ਸਰਕਾਰ ਆ ਗਈ, ਕੱਲ ਕਿਸੇ ਦੀ ਹੋਣੀ ਹੈ, ਪਰਸੋਂ ਕਿਸੇ ਦੀ ਹੋਣੀ ਹੈ। ਸੋ ਅਸੀਂ ਮੈਂ ਸਮਝਦਾ ਵੀ ਇਹ ਚੰਗਾ ਹੋ ਰਿਹਾ ਸਾਡੇ ਵਾਸਤੇ ਨਾ। ਇਹ ਜਿਹੜਾ ਪ੍ਰੋਗਰਾਮ ਹੈ, ਇਹ ਜਿਹੜੇ ਸਾਡਾ ਪ੍ਰੋਗਰਾਮ ਵਾਚ ਕਰਦੇ ਨੇ, ਮੈਂ ਉਹਨਾਂ ਵਾਸਤੇ ਦੱਸਣਾ ਵੀ ਆਪਣੇ ਆਪ ਨੂੰ ਚਾਹੀਦਾ ਸਾਨੂੰ ਐਜੂਕੇਟ ਕਰੀਏ ਵੀ ਸਾਡਾ ਗੁਆਂਢੀ ਕੌਣ ਹੈ, ਕਿਹੜੇ ਮੁਲਕ ਤੋਂ ਆਇਆ, ਉਹਦੀ ਕੀ ਕੰਟਰੀਬਿਊਸ਼ਨ ਹੈ, ਯੂਕਰੇਨ ਦੇ ਬਾਰੇ ਉਹਦੀ ਹਿਸਟਰੀ ਟ੍ਰੈਡੀਸ਼ਨਸ ਪੜ੍ਹੀਏ। ਇਹ ਸਾਨੂੰ ਮੌਕਾ ਮਿਲੇਗਾ ਵੀ ਵੇਖਣ ਦਾ ਵੀ ਕਿੱਥੇ ਪ੍ਰੋਬਲਮ ਹੈ। ਇਹ ਪ੍ਰੋਬਲਮ ਕਿਸੇ ਨੂੰ ਆ ਸਕਦੀ ਜੇ ਕੱਲ੍ਹ ਨੂੰ ਨਿਊਕਲੀਅਰ ਕੋਈ ਡਿਜ਼ਾਸਟਰ ਹੋ ਗਿਆ, ਇਹ ਬੜਾ ਕੋਈ ਪਤਾ ਨਹੀਂ ਵੀ ਕੀ ਹੋਣਾ। ਜਦੋਂ ਬੰਦਾ ਕੋਈ ਇਸ ਹਾਲਾਤ 'ਚ ਪਹੁੰਚ ਜਾਂਦਾ, ਜਿਹੜੀ ਉਹ ਗੇਮ ਖੇਡਦਾ ਪਿਆ ਨਾ ਬੰਦਾ, ਉਹ ਗੇਮ ਬੜੀ ਗਲਤ ਹੈ ਜੀ, ਕਿਉਂਕਿ ਉਹਦੇ ਕੋਲ ਐਕਸਪੀਰੀਅੰਸ ਬੜਾ ਤੇ ਇਹ ਜਿਹੜੇ ਪ੍ਰਧਾਨ ਮੰਤਰੀ ਸੀ ਇਹਨਾਂ ਦਾ ਐਕਸਪੀਰੀਅੰਸ ਨਹੀਂ ਸੀ। ਪਰ ਜਦੋਂ ਕ੍ਰਾਈਸਿਸ ਵਿੱਚ ਆ ਕੇ ਤੇ ਇਹਨਾਂ ਨੇ ਸ਼ੋਅ ਕਰਤਾ ਵੀ ਮੈਂ ਲੀਡਰਸ਼ਿਪ ਸ਼ੋਅ ਕੀਤੀ ਹੈ ਜੀ। ਐਬਸੋਲੂਟਲੀ। ਸੋ ਇਹਦੇ ਨਾਲ ਹੀ ਡਾਕਟਰ ਸਾਹਿਬ ਸਮਾਂ ਸਮਾਪਤ ਹੋ ਗਿਆ। ਆਉਣ ਵਾਲੇ 1-2 ਦਿਨਾਂ ਦੇ ਵਿੱਚ ਜਿਹੜਾ ਆਗਾਮੀ ਪ੍ਰੋਗਰਾਮ ਹੈ ਉਹਦੇ ਬਾਬਤ ਆਪਾਂ ਦਰਸ਼ਕਾਂ ਨਾਲ ਜ਼ਰੂਰ ਸਾਂਝ ਪਾਵਾਂਗੇ। ਤੁਹਾਡਾ ਤਹਿ ਦਿਲੋਂ ਧੰਨਵਾਦ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਦੋਸਤੋ, ਇਹ ਸਨ ਡਾਕਟਰ ਗੁਲਜ਼ਾਰ ਚੀਮਾ, ਜਿਨ੍ਹਾਂ ਨੇ ਦੱਸਿਆ ਕਿ ਯੂਕਰੇਨ ਦੇ ਲੋਕ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਅਸੀਂ ਕਿਵੇਂ ਮਦਦ ਕਰ ਸਕਦੇ ਹਾਂ, ਜਾਂ ਯੂਕਰੇਨ ਦੇ ਵਿੱਚ ਫਸੇ ਹੋਏ ਜਿਹੜੇ ਇਸ ਵਕਤ ਲੋਕ ਨੇ ਉਹ ਦੁਨੀਆ ਵੱਲ ਨਜ਼ਰਾਂ ਟਿਕਾ ਕੇ ਬੈਠੇ ਆ ਕਿ ਸਾਨੂੰ ਘਰੇ ਸੁੱਤੇ ਪਿਆਂ ਨੂੰ ਆ ਕੇ ਦੱਬ ਲਿਆ ਤੇ ਹੁਣ ਦੁਨੀਆ ਉਹਨਾਂ ਦੀ ਬਾਂਹ ਕਿਵੇਂ ਫੜਦੀ ਹੈ ਤੇ ਬਾਂਹ ਫੜਨ ਦਾ ਇਸ ਵਕਤ ਵੇਲਾ ਹੈ, ਕਿਉਂਕਿ ਮਾੜੇ ਵਕਤ ਵਿੱਚ ਪਤਾ ਲੱਗਦਾ ਹੈ ਇਨਸਾਨ ਦਾ ਕਿ ਤੁਹਾਡਾ ਆਪਣਾ ਕੌਣ ਹੈ ਤੇ ਪਰਾਇਆ ਕੌਣ ਹੈ। ਤੇ ਇਹ ਜਿਹੜੀ ਮੁਸੀਬਤ, ਇਹ ਦਿੱਕਤ ਜਿਸ ਦਾ ਸਾਹਮਣਾ ਯੂਕਰੇਨ ਦੇ ਲੋਕ ਕਰ ਰਹੇ ਹੈ, ਰੱਬ ਨਾ ਕਰੇ ਕਿ ਕੱਲ੍ਹ ਨੂੰ ਕਿਸੇ ਨੂੰ ਹੋਰ ਕਰਨਾ ਪਵੇ, ਪਰ ਇਹ ਮੁਸੀਬਤ, ਇਹ ਸਥਿਤੀ ਕਿਸੇ ਵੀ ਵਕਤ ਕਿਸੇ ਤੇ ਵੀ ਆਣ ਪੈ ਸਕਦੀ ਹੈ। ਸੋ ਉਮੀਦ ਕਰ ਰਹੇ ਹਾਂ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ, ਕਿਰਪਾ ਕਰਕੇ ਲਾਈਕ ਤੇ ਸ਼ੇਅਰ ਕਰ ਦਿਓ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ। ਤੁਸੀਂ ਦੇਖਦੇ ਰਹੋ ਸਾਂਝਾ TV।